नमस्कार दोस्तों, स्वागत है तुहाडा अपने YouTube चैनल एग्जाम हेल्पर A to Z ਦੇ ਵਿੱਚ। ਅੱਜ ਅਸੀਂ ਰੀਟ एग्जाम ਤੋਂ ਸੰਬੰਧਿਤ ਜਿਹੜੀ ਪੰਜਾਬੀ ਟੀਚਿੰਗ ਮੈਥਡਸ ਹੈ, ਪੰਜਾਬੀ ਦੀਆਂ ਸਿੱਖਣ ਵਿਧੀਆਂ, ਉਹਨਾਂ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਅਤੇ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈ ਭਾਸ਼ਾ ਦਾ ਮਹੱਤਵ ਅਤੇ ਅਧਿਆਪਨ ਦੇ ਰੂਪ। ਇਸ ਟੌਪਿਕ ਦੇ ਵਿੱਚ ਅਸੀਂ ਭਾਸ਼ਾ ਬਾਰੇ ਪੜ੍ਹਾਂਗੇ, ਧੁਨੀ ਸੰਕੇਤਾਂ ਬਾਰੇ ਪੜ੍ਹਾਂਗੇ। ਇਸ ਤੋਂ ਇਲਾਵਾ ਭਾਸ਼ਾ ਦੇ ਵਿਕਾਸ ਦੇ ਲਈ ਜਿਹੜੀਆਂ ਕਮੇਟੀਆਂ ਅਤੇ ਕਮਿਸ਼ਨ ਬਣੇ ਹੈ ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਇਹ ਤੋਂ ਇਲਾਵਾ ਅਸੀਂ ਅਧਿਆਪਨ ਦੇ ਰੂਪਾਂ ਦੇ ਬਾਰੇ ਵੀ ਇਸ ਟੌਪਿਕ ਦੇ ਵਿੱਚ ਅਸੀਂ ਚਰਚਾ ਕਰਾਂਗੇ। ਪੰਜਾਬੀ ਟੀਚਿੰਗ ਮੈਥਡਸ ਜਿਹੜੇ ਹੈ ਇਹਨਾਂ ਨੂੰ ਅਸੀਂ ਟੌਪਿਕ ਵਾਈਜ਼ ਪੜ੍ਹਦੇ ਹੋਏ ਚੱਲਾਂਗੇ। ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪ ਜੀ ਨੇ ਸਾਡਾ YouTube ਚੈਨਲ एग्जाम हेल्पर A to Z ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈ ਤਾਂ ਇਹਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ। ਤਾਂ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਇਹ ਟੌਪਿਕ, ਭਾਸ਼ਾ ਦਾ ਮਹੱਤਵ ਅਤੇ ਅਧਿਆਪਨ ਦੇ ਰੂਪ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਸ਼ਾ ਬਾਰੇ। ਭਾਸ਼ਾ ਕਿਹਨੂੰ ਕਹਿੰਦੇ ਹੈ? ਭਾਸ਼ਾ ਕੀ ਹੈ? ਸਮਾਜ ਵਿੱਚ ਰਹਿੰਦਾ ਹੋਇਆ ਮਨੁੱਖ ਦੂਜੇ ਮਨੁੱਖਾਂ ਨਾਲ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨਾਲ ਸਮਾਜ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ, ਬੋਲਦਾ ਹੈ, ਪੜ੍ਹਦਾ ਹੈ, ਲਿਖਦਾ ਹੈ, ਸਮਝਦਾ ਹੈ। ਇਹ ਸਾਰੀ ਪ੍ਰਕਿਰਿਆ ਸੰਭਵ ਹੋ ਸਕਦੀ ਹੈ ਤਾਂ ਕੇਵਲ ਭਾਸ਼ਾ ਰਾਹੀਂ। ਸਮਾਜ ਵਿੱਚ ਰਹਿੰਦਾ ਹੋਇਆ ਮਨੁੱਖ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ, ਬੋਲਦਾ ਹੈ, ਪੜ੍ਹਦਾ ਹੈ, ਲਿਖਦਾ ਹੈ, ਸਮਝਦਾ ਹੈ। ਇਹ ਸਾਰੀ ਪ੍ਰਕਿਰਿਆ ਸੰਭਵ ਹੋ ਸਕਦੀ ਹੈ ਤਾਂ ਕੇਵਲ ਭਾਸ਼ਾ ਰਾਹੀਂ। ਹੁਣ ਅਸੀਂ ਗੱਲ ਕਰਦੇ ਹਾਂ ਕਿ ਮਨੁੱਖ ਆਪਣੇ ਹਾਵਾਂ ਭਾਵਾਂ ਨੂੰ ਅਤੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਨਾਲ ਸਿਰਫ ਧੁਨੀ ਸੰਕੇਤਾਂ ਦੇ ਮਾਧਿਅਮ ਨਾਲ ਹੀ ਪ੍ਰਗਟ ਕਰ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਧੁਨੀ ਸੰਕੇਤ ਕਿਹਨੂੰ ਕਹਿੰਦੇ ਹੈ। ਸੰਕੇਤ ਜਿਹੜੇ ਹੈ ਇਹਨਾਂ ਨੂੰ ਮੁੱਖ ਭਾਸ਼ਾ ਕਿਹਾ ਜਾਂਦਾ ਹੈ। ਸੰਕੇਤਾਂ ਨੂੰ ਮੁੱਖ ਭਾਸ਼ਾ ਕਹਿੰਦੇ ਹੈ ਅਤੇ ਧੁਨੀ ਨੂੰ ਜਿਹੜਾ ਹੈ ਉਹ ਸ਼ਾਬਦਿਕ ਭਾਸ਼ਾ ਵੀ ਕਹਿੰਦੇ ਹੈ। ਧੁਨੀ ਨੂੰ ਸ਼ਾਬਦਿਕ ਭਾਸ਼ਾ ਅਤੇ ਸੰਕੇਤ ਨੂੰ ਮੁੱਖ ਭਾਸ਼ਾ ਕਹਿੰਦੇ ਹੈ। ਸਾਰਥਕ ਧੁਨੀ ਸੰਕੇਤਾਂ ਤੋਂ ਹੀ ਭਾਸ਼ਾ ਦਾ ਜਿਹੜਾ ਹੈ ਉਹ ਨਿਰਮਾਣ ਹੁੰਦਾ ਹੈ। ਤਾਂ ਸਾਰਥਕ ਧੁਨੀ ਸੰਕੇਤਾਂ ਨਾਲ ਹੀ ਭਾਸ਼ਾ ਬਣਦੀ ਹੈ। ਧੁਨੀ ਸੰਕੇਤ ਕਿਹਨੂੰ ਕਹਿੰਦੇ ਹੈ? ਪਹਿਲਾਂ ਗੱਲ ਕਰਦੇ ਹਾਂ ਸੰਕੇਤ ਦੇ ਬਾਰੇ। ਸੰਕੇਤ ਜਿਹੜੇ ਹੈ ਉਹ ਮੁੱਖ ਭਾਸ਼ਾ ਹੈ। ਕਹਿਣ ਦਾ ਭਾਵ ਹੋਇਆ ਸੰਕੇਤਾਂ ਦੇ ਵਿੱਚ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਧੁਨੀ ਦੇ ਵਿੱਚ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਧੁਨੀ ਨੂੰ ਸ਼ਾਬਦਿਕ ਭਾਸ਼ਾ ਵੀ ਕਹਿੰਦੇ ਹੈ ਅਤੇ ਸੰਕੇਤ ਨੂੰ ਜਿਹੜਾ ਹੈ ਉਹ ਮੁੱਖ ਭਾਸ਼ਾ ਵੀ ਕਹਿੰਦੇ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਮੰਨ ਲਓ ਇੱਕ ਸਕੂਲ ਦੇ ਵਿੱਚ ਇਹ ਜਮਾਤ ਹੈ, ਇਹਦੇ ਵਿੱਚ ਬੱਚੇ ਬੈਠੇ ਹੋਏ ਹੈ ਅਤੇ ਸ਼ੋਰ ਮਚਾ ਰਹੇ ਹੈ। ਪ੍ਰਿੰਸੀਪਲ ਨੇ ਇੱਕ ਚਪਰਾਸੀ ਨੂੰ ਭੇਜਿਆ ਕਿ ਉਸ ਕਲਾਸ ਦੇ ਵਿੱਚ ਜਾਵੇ ਅਤੇ ਉਹਨਾਂ ਨੂੰ ਚੁੱਪ ਕਰਾਵੇ। ਜੇ ਚਪਰਾਸੀ ਆ ਕੇ ਆਪਣੇ ਬੁੱਲ੍ਹਾਂ ਦੇ ਉੱਤੇ ਹੱਥ ਰੱਖ ਕੇ ਜਾਂ ਉਂਗਲੀ ਰੱਖ ਕੇ ਬੱਚਿਆਂ ਵੱਲ ਇਸ਼ਾਰਾ ਕਰਦਾ ਹੈ ਕਿ ਚੁੱਪ ਰਹੋ, ਇਹ ਇਸ਼ਾਰਾ ਕਰਦਾ ਹੈ, ਬੋਲ ਕੇ ਨਹੀਂ ਕਹਿੰਦਾ, ਤਾਂ ਚੁੱਪ ਰਹਿਣ ਦਾ ਜੇ ਬੁੱਲ੍ਹਾਂ ਉੱਤੇ ਉਂਗਲੀ ਰੱਖ ਕੇ ਇਸ਼ਾਰਾ ਕਰੇ ਤਾਂ ਉਹ ਕੀ ਹੈ? ਸੰਕੇਤ ਹੈ। ਅਤੇ ਇਸ਼ਾਰੇ ਦੇ ਵਿੱਚ ਸਾਨੂੰ ਪਤਾ ਹੈ ਕਿ ਸ਼ਬਦ ਨਹੀਂ ਹੁੰਦੇ। ਅਤੇ ਜੇ ਉਹ ਬੋਲ ਕੇ ਕਹੇ ਕਿ ਸਾਰੇ ਬੱਚੇ ਚੁੱਪ ਰਹੋ ਤਾਂ ਇਹ ਕੀ ਹੈ? ਇੱਕ ਧੁਨੀ ਹੈ ਅਤੇ ਧੁਨੀ ਦੇ ਵਿੱਚ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਤਾਂ ਧੁਨੀ ਸ਼ਾਬਦਿਕ ਹੁੰਦੀ ਹੈ ਅਤੇ ਸੰਕੇਤ ਨੂੰ ਮੁੱਖ ਭਾਸ਼ਾ ਵੀ ਕਹਿੰਦੇ ਹੈ, ਧੁਨੀ ਨੂੰ ਸ਼ਾਬਦਿਕ ਭਾਸ਼ਾ ਵੀ ਕਹਿੰਦੇ ਹੈ। ਤਾਂ ਭਾਸ਼ਾ ਜਿਹੜੀ ਹੈ ਇਹ ਸਮਾਜ ਦੇ ਵਿੱਚ ਮਨੁੱਖ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਦੂਜੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ, ਬੋਲਦਾ ਹੈ, ਪੜ੍ਹਦਾ ਹੈ, ਲਿਖਦਾ ਹੈ, ਸਮਝਦਾ ਹੈ। ਇਹ ਸਾਰੀ ਪ੍ਰਕਿਰਿਆ ਸੰਭਵ ਹੁੰਦੀ ਹੈ ਕੇਵਲ ਭਾਸ਼ਾ ਰਾਹੀਂ। ਅਤੇ ਭਾਸ਼ਾ ਨੂੰ ਬੋਲਦੇ ਸਮੇਂ ਮਨੁੱਖ ਧੁਨੀ ਸੰਕੇਤਾਂ ਦੀ ਵਰਤੋਂ ਕਰਦਾ ਹੈ ਅਤੇ ਸਾਰਥਕ ਧੁਨੀ ਸੰਕੇਤਾਂ ਤੋਂ ਹੀ ਭਾਸ਼ਾ ਬਣਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਸ਼ਾ ਸ਼ਬਦ ਜਿਹੜਾ ਹੈ ਇਹ ਭਾਸ ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ। ਭਾਸ਼ਾ
ਪਾਸ ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਹਦਾ ਅਰਥ ਹੁੰਦਾ ਹੈ ਬੋਲਣ ਜਾਂ ਕਹਿਣ। ਪਾਸਾ ਪਾਸ ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਹਦਾ ਅਰਥ ਹੁੰਦਾ ਹੈ ਬੋਲਣ ਜਾਂ ਕਹਿਣ। ਇਸ ਤਰ੍ਹਾਂ ਪਾਸਾ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਦਾ ਇੱਕ ਅਦਭੁਤ ਰੂਪ ਹੈ ਜੋ ਮਾਨਵ ਜਾਤੀ ਨੂੰ ਪਸ਼ੂ ਜਾਤੀ ਨਾਲੋਂ ਵੱਖ-ਵੱਖ ਕਰਦੀ ਹੈ। ਪਾਸਾ ਮਾਨਵ ਜਾਤੀ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਤਾਂ ਅਸੀਂ ਹੁਣ ਤੱਕ ਪਾਸਾ ਬਾਰੇ ਪੜ੍ਹ ਚੁੱਕੇ ਹਾਂ, ਧੁਨੀ ਸੰਕੇਤਾਂ ਬਾਰੇ ਵੀ ਅਸੀਂ ਪੜ੍ਹ ਚੁੱਕੇ ਹਾਂ ਕਿ ਸੰਕੇਤ ਅਸ਼ਾਬਦਿਕ ਹੁੰਦੇ ਹੈ, ਇਹਨਾਂ ਦੇ ਵਿੱਚ ਸ਼ਬਦ ਨਹੀਂ ਹੁੰਦੇ ਜਾਂ ਮੁੱਖ ਭਾਸ਼ਾ ਵੀ ਕਹਿੰਦੇ ਹੈ ਸੰਕੇਤਾਂ ਨੂੰ, ਅਤੇ ਧੁਨੀ ਜਿਹੜੀ ਹੈ ਇਹ ਇੱਕ ਸ਼ਾਬਦਿਕ ਭਾਸ਼ਾ ਹੈ ਅਤੇ ਸਾਰਥਕ ਧੁਨੀ ਸੰਕੇਤਾਂ ਤੋਂ ਹੀ ਭਾਸ਼ਾ ਬਣਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਉਪਭਾਸ਼ਾ ਕਿਹਨੂੰ ਕਹਿੰਦੇ ਹੈ। ਤਾਂ ਕਿਸੇ ਵੀ ਖੇਤਰ ਦੇ ਵਿੱਚ ਬੋਲੀ ਜਾ ਰਹੀ ਭਾਸ਼ਾ ਵਿੱਚ ਇਲਾਕੇ ਕਰਕੇ, ਕਿਸੇ ਵੀ ਖੇਤਰ ਦੇ ਵਿੱਚ ਬੋਲੀ ਜਾ ਰਹੀ ਭਾਸ਼ਾ ਵਿੱਚ ਇਲਾਕੇ ਕਰਕੇ ਜੋ ਭਿੰਨਤਾ ਦਿਖਾਈ ਦਿੰਦੀ ਹੈ ਉਸ ਦੇ ਆਧਾਰ ਉੱਤੇ ਹੀ ਉਪਭਾਸ਼ਾਵਾਂ ਬਣਦੀਆਂ ਹਨ। ਕਿਸੇ ਵੀ ਖੇਤਰ ਦੇ ਵਿੱਚ ਬੋਲੀ ਜਾ ਰਹੀ ਭਾਸ਼ਾ ਵਿੱਚ ਇਲਾਕੇ ਕਰਕੇ ਜੋ ਭਿੰਨਤਾ ਦਿਖਾਈ ਦਿੰਦੀ ਹੈ ਉਸ ਦੇ ਆਧਾਰ ਉੱਤੇ ਹੀ ਉਪਭਾਸ਼ਾਵਾਂ ਬਣਦੀਆਂ ਹਨ। ਇਸ ਤਰ੍ਹਾਂ ਭਾਸ਼ਾ ਦੇ ਇਹਨਾਂ ਵੱਖ-ਵੱਖ ਰੂਪਾਂ ਨੂੰ ਹੀ ਉਪਭਾਸ਼ਾ ਕਿਹਾ ਜਾਂਦਾ ਹੈ। ਪੰਜਾਬੀ ਦੇ ਵਿੱਚ 6 ਉਪਭਾਸ਼ਾ ਹੈ। ਪੰਜਾਬੀ ਦੇ ਵਿੱਚ 6 ਉਪਭਾਸ਼ਾ ਹੈ। ਇਹਨਾਂ ਦੇ ਵਿੱਚੋਂ ਭਾਰਤੀ ਪੰਜਾਬ ਦੇ ਵਿੱਚ 4 ਉਪਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ ਅਤੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ 2 ਉਪਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਪੰਜਾਬ ਦੇ ਵਿੱਚ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ, ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਇਹ 4 ਉਪਭਾਸ਼ਾਵਾਂ ਭਾਰਤੀ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਅਤੇ ਪੋਠੋਹਾਰੀ ਅਤੇ ਮੁਲਤਾਨੀ ਇਹ 2 ਉਪਭਾਸ਼ਾਵਾਂ ਜਿਹੜੀਆਂ ਹੈ ਇਹ ਪਾਕਿਸਤਾਨ ਦੇ ਪੰਜਾਬ ਦੀਆਂ ਉਪਭਾਸ਼ਾਵਾਂ ਹੈ। ਤਾਂ ਸਾਨੂੰ ਯਾਦ ਰੱਖਣਾ ਹੈ ਪੰਜਾਬੀ ਦੇ ਵਿੱਚ ਕੁੱਲ 6 ਉਪਭਾਸ਼ਾਵਾਂ ਹੈ, ਭਾਰਤੀ ਪੰਜਾਬ ਦੇ ਵਿੱਚ 4 ਉਪਭਾਸ਼ਾਵਾਂ ਅਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ 2 ਉਪਭਾਸ਼ਾਵਾਂ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਸ਼ਾ ਦੇ ਕਿੰਨੇ ਰੂਪ ਹੈ। ਤਾਂ ਭਾਸ਼ਾ ਦੇ 2 ਰੂਪ ਹੈ। ਪਹਿਲਾ ਹੈ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਅਤੇ ਦੂਜਾ ਹੈ ਵਿਵਹਾਰ ਦੀ ਦ੍ਰਿਸ਼ਟੀ ਤੋਂ। ਪ੍ਰਯੋਗ ਦੀ ਦ੍ਰਿਸ਼ਟੀ ਤੋਂ ਭਾਸ਼ਾ ਦੇ 2 ਰੂਪ ਹੈ। ਪਹਿਲਾ ਹੈ ਉਚਰਿਤ ਰੂਪ, ਜਿਹਨੂੰ ਅਸੀਂ ਬੋਲਚਾਲ ਦੀ ਭਾਸ਼ਾ ਵੀ ਕਹਿੰਦੇ ਹਾਂ। ਉਚਰਿਤ ਰੂਪ ਨੂੰ ਬੋਲਚਾਲ ਦੀ ਭਾਸ਼ਾ ਵੀ ਕਹਿੰਦੇ ਹਾਂ ਅਤੇ ਦੂਜਾ ਲਿਖਤੀ ਰੂਪ ਹੈ, ਇਹਨੂੰ ਅਸੀਂ ਕਿਤਾਬੀ ਭਾਸ਼ਾ ਵੀ ਕਹਿੰਦੇ ਹਾਂ। ਲਿਖਤੀ ਰੂਪ ਨੂੰ ਕਿਤਾਬੀ ਭਾਸ਼ਾ ਵੀ ਕਿਹਾ ਜਾਂਦਾ ਹੈ। ਬੋਲਚਾਲ ਦੀ ਭਾਸ਼ਾ ਜਾਂ ਭਾਸ਼ਾ ਦਾ ਜਿਹੜਾ ਉਚਰਿਤ ਰੂਪ ਹੈ ਇਹਦੀ ਵਰਤੋਂ ਮਨੁੱਖ ਰੋਜ਼ਾਨਾ ਦੇ ਜੀਵਨ ਦੇ ਵਿੱਚ ਕਰਦਾ ਹੈ। ਇਸ ਭਾਸ਼ਾ ਦੇ ਵਿੱਚ ਦੇਸੀ ਸ਼ਬਦਾਂ ਦੀ ਭਰਮਾਰ ਹੁੰਦੀ ਹੈ। ਦੇਸੀ ਸ਼ਬਦਾਂ ਦੀ ਭਰਮਾਰ ਹੋਣ ਕਰਕੇ ਹੀ ਇਸ ਭਾਸ਼ਾ ਵਿੱਚ ਕੁਝ ਅਸ਼ੁੱਧ ਅਤੇ ਅਧੂਰੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਫਿਰ ਵੀ ਇਹਨਾਂ ਅਸ਼ੁੱਧ ਅਤੇ ਅਧੂਰੇ ਸ਼ਬਦਾਂ ਦਾ ਸਹੀ ਰੂਪ ਵਿੱਚ ਅਰਥ ਸਮਝ ਲਿਆ ਜਾਂਦਾ ਹੈ। ਬੋਲਚਾਲ ਦੀ ਭਾਸ਼ਾ ਜਿਹੜੀ ਹੈ ਇਹ ਵਿਆਕਰਣ ਦੇ ਨਿਯਮਾਂ ਦੇ ਉੱਤੇ ਆਧਾਰਿਤ ਨਹੀਂ ਹੁੰਦੀ, ਇਸ ਲਈ ਬੋਲਚਾਲ ਦੀ ਭਾਸ਼ਾ ਦੇ ਸ਼ਬਦਾਂ ਦਾ ਅਰਥ ਵੀ ਨਿਸ਼ਚਿਤ ਨਹੀਂ ਹੁੰਦਾ। ਤਾਂ ਬੋਲਚਾਲ ਦੀ ਭਾਸ਼ਾ ਜਾਂ ਭਾਸ਼ਾ ਦਾ ਉਚਰਿਤ ਰੂਪ ਜਿਹੜਾ ਹੈ ਇਹਦੀ ਵਰਤੋਂ ਮਨੁੱਖ ਰੋਜ਼ਾਨਾ ਦੇ ਜੀਵਨ ਵਿੱਚ ਕਰਦਾ ਹੈ। ਇਹਦੇ ਵਿੱਚ ਦੇਸੀ ਸ਼ਬਦਾਂ ਦੀ ਭਰਮਾਰ ਹੁੰਦੀ ਹੈ, ਇਸ ਕਰਕੇ ਇਸ ਭਾਸ਼ਾ ਵਿੱਚ ਕੁਝ ਅਸ਼ੁੱਧ ਅਤੇ ਅਧੂਰੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਪਰ ਫਿਰ ਵੀ ਮਨੁੱਖ ਇਹਨਾਂ ਅਸ਼ੁੱਧ ਅਤੇ ਅਧੂਰੇ ਸ਼ਬਦਾਂ ਦਾ ਸਹੀ ਅਰਥ ਸਮਝ ਲੈਂਦਾ ਹੈ। ਬੋਲਚਾਲ ਦੀ ਭਾਸ਼ਾ ਵਿਆਕਰਣ ਦੇ ਨਿਯਮਾਂ ਦੇ ਉੱਤੇ ਆਧਾਰਿਤ ਨਹੀਂ ਹੁੰਦੀ, ਇਸ ਲਈ ਬੋਲਚਾਲ ਦੀ ਭਾਸ਼ਾ ਦੇ ਸ਼ਬਦਾਂ ਦਾ ਅਰਥ ਵੀ ਨਿਸ਼ਚਿਤ ਨਹੀਂ ਹੁੰਦਾ। ਦੂਜਾ ਹੈ ਲਿਖਤ ਰੂਪ। ਲਿਖਤ ਰੂਪ ਜਿਹੜਾ ਹੈ ਇਹਨੂੰ ਅਸੀਂ ਕਿਤਾਬੀ ਭਾਸ਼ਾ ਵੀ ਕਹਿੰਦੇ ਹਾਂ। ਲਿਖਤ ਰੂਪ ਨੂੰ ਕਿਤਾਬੀ ਭਾਸ਼ਾ ਵੀ ਕਹਿੰਦੇ ਹਾਂ। ਜਦੋਂ ਵਿਅਕਤੀ ਲਿਖ ਕੇ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਗਟ ਕਰਦਾ ਹੈ ਤਾਂ ਉਹ ਭਾਸ਼ਾ ਦੇ ਲਿਖਤ ਰੂਪ ਦੀ ਵਰਤੋਂ ਕਰਦਾ ਹੈ। ਜਦੋਂ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਅਤੇ ਭਾਵਾਂ ਨੂੰ ਲਿਖ ਕੇ ਪ੍ਰਗਟ ਕਰਦਾ ਹੈ ਤਾਂ ਉਹ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਦਾ ਹੈ। ਲਿਖਤੀ ਰੂਪ ਨੂੰ ਅਸੀਂ ਕਿਤਾਬੀ ਭਾਸ਼ਾ ਵੀ ਕਹਿੰਦੇ ਹਾਂ। ਇਹ ਵਿਆਕਰਣ ਦੇ ਨਿਯਮਾਂ ਦੇ ਉੱਤੇ ਆਧਾਰਿਤ ਹੁੰਦੀ ਹੈ ਅਤੇ ਵਿਆਕਰਣ ਦੇ ਨਿਯਮਾਂ ਦੇ ਉੱਤੇ ਆਧਾਰਿਤ ਹੋਣ ਕਰਕੇ ਹੀ ਇਸ ਭਾਸ਼ਾ ਦੇ ਵਿੱਚ ਸ਼ਬਦਾਂ ਦੇ ਅਰਥ ਵੀ ਨਿਸ਼ਚਿਤ ਹੁੰਦੇ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਭਾਸ਼ਾ ਦਾ ਕਿਹੜਾ ਰੂਪ ਆਇਆ।
ਤਾਂ ਸਭ ਤੋਂ ਪਹਿਲਾਂ ਭਾਸ਼ਾ ਦਾ ਉਚਰਿਤ ਰੂਪ ਆਇਆ ਸੀ। ਉਹ ਤੋਂ ਬਾਅਦ ਲਿਖਤੀ ਰੂਪ ਦੀ ਵਰਤੋਂ ਹੋਈ। ਸਭ ਤੋਂ ਪਹਿਲਾਂ ਉਚਰਿਤ ਰੂਪ ਵਿੱਚ ਭਾਸ਼ਾ ਪ੍ਰਗਟ ਹੋਈ ਅਤੇ ਫਿਰ ਲਿਖਤੀ ਰੂਪ ਵਿੱਚ ਜਿਹੜਾ ਹੈ ਭਾਸ਼ਾ ਦਾ ਲਿਖਤੀ ਰੂਪ ਉਹ ਤੋਂ ਬਾਅਦ ਪ੍ਰਗਟ ਹੋਇਆ ਸੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਲਿਖਤੀ ਰੂਪ ਕਰਕੇ ਹੀ ਸਾਡੇ ਪਰੰਪਰਾਗਤ ਜਿਹੜੇ ਵਿਚਾਰ ਹੈ ਅਤੇ ਵਰਤਮਾਨ ਦੇ ਜਿਹੜੇ ਵਿਚਾਰ ਹੈ ਇਹਨਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਸੁਰੱਖਿਅਤ ਰੱਖਣ ਦਾ ਕੰਮ ਜਿਹੜਾ ਅਸੀਂ ਕਰ ਸਕਦੇ ਹਾਂ ਉਹ ਲਿਖਤੀ ਰੂਪ ਨਾਲ ਹੀ ਕਰ ਸਕਦੇ ਹਾਂ। ਪਰੰਪਰਾਗਤ ਅਤੇ ਵਰਤਮਾਨ ਵਿਚਾਰਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਲਈ ਸੁਰੱਖਿਅਤ ਰੱਖਣ ਦਾ ਕੰਮ ਅਸੀਂ ਲਿਖਤੀ ਭਾਸ਼ਾ ਦੇ ਰਾਹੀਂ ਕਰ ਸਕਦੇ ਹਾਂ। ਤਾਂ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਭਾਸ਼ਾ ਦੇ ਦੋ ਰੂਪ ਹੈ, ਪਹਿਲਾ ਉਚਰਿਤ ਰੂਪ ਜਾਂ ਬੋਲਚਾਲ ਦੀ ਭਾਸ਼ਾ ਅਤੇ ਦੂਜਾ ਹੈ ਲਿਖਤ ਰੂਪ ਜਿਹਨੂੰ ਅਸੀਂ ਕਿਤਾਬੀ ਭਾਸ਼ਾ ਵੀ ਕਹਿੰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਵਿਵਹਾਰ ਦੀ ਦ੍ਰਿਸ਼ਟੀ ਤੋਂ। ਵਿਵਹਾਰ ਦੀ ਦ੍ਰਿਸ਼ਟੀ ਤੋਂ ਭਾਸ਼ਾ ਦਾ ਪਹਿਲਾ ਰੂਪ ਹੈ ਮੂਲ ਭਾਸ਼ਾ। ਮੂਲ ਭਾਸ਼ਾ ਜਿਹੜੀ ਹੈ ਇਹ ਪ੍ਰਾਚੀਨ ਭਾਸ਼ਾ ਨੂੰ ਮੂਲ ਭਾਸ਼ਾ ਕਿਹਾ ਜਾਂਦਾ ਹੈ ਅਤੇ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ, ਪੰਜਾਬੀ ਭਾਸ਼ਾ ਜਿਹੜੀ ਹੈ ਇਹ ਵੈਦਿਕ ਪਰਿਵਾਰ ਦੀ ਭਾਸ਼ਾ ਹੈ ਜਾਂ ਮੈਂ ਕਹਾਂ ਸੰਸਕ੍ਰਿਤ ਪਰਿਵਾਰ ਦੀ ਭਾਸ਼ਾ ਹੈ। ਵੈਦਿਕ ਭਾਸ਼ਾ ਜਿਹੜੀ ਹੁੰਦੀ ਸੀ ਉਹ ਸੰਸਕ੍ਰਿਤ ਭਾਸ਼ਾ ਸੀ। ਸੰਸਕ੍ਰਿਤ ਭਾਸ਼ਾ ਨੂੰ ਵੈਦਿਕ ਭਾਸ਼ਾ ਜਿਹੜੀ ਸੀ ਉਹ ਸੰਸਕ੍ਰਿਤ ਭਾਸ਼ਾ ਸੀ। ਸੰਸਕ੍ਰਿਤ ਤੋਂ ਅੱਗੇ ਪਾਲੀ ਦਾ ਵਿਕਾਸ ਹੋਇਆ। ਸੰਸਕ੍ਰਿਤ ਤੋਂ ਨਿਕਲੀ ਪਾਲੀ, ਪਾਲੀ ਤੋਂ ਸੌਰਸੇਨੀ ਅਪਭ੍ਰੰਸ਼, ਸੌਰਸੇਨੀ ਅਪਭ੍ਰੰਸ਼, ਸੌਰਸੇਨੀ ਅਪਭ੍ਰੰਸ਼ ਤੋਂ ਕੇਕਈ ਅਤੇ ਕੇਕਈ ਤੋਂ ਬਾਅਦ ਪੰਜਾਬੀ ਦਾ ਵਿਕਾਸ ਹੋਇਆ ਸੀ। ਤਾਂ ਪੰਜਾਬੀ ਜਿਹੜੀ ਹੈ ਇਹ ਸਾਡੇ ਵੈਦਿਕ ਪਰਿਵਾਰ ਦੀ ਭਾਸ਼ਾ ਹੈ ਜਾਂ ਮੈਂ ਕਹਾਂ ਸੰਸਕ੍ਰਿਤ ਪਰਿਵਾਰ ਦੀ ਭਾਸ਼ਾ ਹੈ। ਵੈਦਿਕ ਭਾਸ਼ਾ ਜਿਹੜੀ ਸੀ ਉਹ ਸੰਸਕ੍ਰਿਤ ਭਾਸ਼ਾ ਸੀ। ਵੈਦਿਕ ਤੋਂ ਅੱਗੇ ਵਿਕਾਸ ਹੋਇਆ ਪਾਲੀ ਦਾ, ਪਾਲੀ ਤੋਂ ਸੌਰਸੇਨੀ ਅਪਭ੍ਰੰਸ਼, ਸੌਰਸੇਨੀ ਅਪਭ੍ਰੰਸ਼ ਤੋਂ ਕੇਕਈ ਅਤੇ ਕੇਕਈ ਤੋਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ। ਤਾਂ ਪ੍ਰਾਚੀਨ ਭਾਸ਼ਾ ਜਿਹੜੀ ਹੈ ਉਹਨੂੰ ਹੀ ਮੂਲ ਭਾਸ਼ਾ ਕਹਿੰਦੇ ਹੈ ਅਤੇ ਸਾਡੀ ਪ੍ਰਾਚੀਨ ਭਾਸ਼ਾ ਜਿਹੜੀ ਹੈ ਉਹ ਵੈਦਿਕ ਭਾਸ਼ਾ ਹੈ ਜਾਂ ਮੈਂ ਕਹਾਂ ਕਿ ਸੰਸਕ੍ਰਿਤ ਭਾਸ਼ਾ ਹੈ। ਵਿਵਹਾਰ ਦੀ ਦ੍ਰਿਸ਼ਟੀ ਤੋਂ ਪਹਿਲਾ ਸੀ ਮੂਲ ਭਾਸ਼ਾ ਅਤੇ ਦੂਜਾ ਹੈ ਮਾਤ ਭਾਸ਼ਾ। ਮਾਤ ਭਾਸ਼ਾ ਕਿਹਨੂੰ ਕਹਿੰਦੇ ਹੈ? ਮਾਤ ਭਾਸ਼ਾ ਨੂੰ ਅਸੀਂ ਮਾਂ ਬੋਲੀ ਵੀ ਕਹਿੰਦੇ ਹਾਂ। ਬੱਚਾ ਸਭ ਤੋਂ ਪਹਿਲਾਂ ਜਿਹੜੀ ਭਾਸ਼ਾ ਸਿੱਖਦਾ ਹੈ ਉਹ ਮਾਤ ਭਾਸ਼ਾ ਹੀ ਸਿੱਖਦਾ ਹੈ। ਮਾਤ ਭਾਸ਼ਾ ਜਾਂ ਮਾਂ ਬੋਲੀ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਸਿੱਖਦਾ ਹੈ। ਜਿਹੜੀ ਮਾਂ ਦੇ ਮੁਖ ਤੋਂ ਸਿੱਖੀ ਜਾਵੇ ਉਹ ਹੀ ਮਾਤ ਭਾਸ਼ਾ ਹੁੰਦੀ ਹੈ। ਕਿਸੇ ਵਿਸ਼ੇਸ਼ ਵਰਗ, ਕਿਸੇ ਵਿਸ਼ੇਸ਼ ਸਮੂਹ ਹੈ, ਕਿਸੇ ਵਿਸ਼ੇਸ਼ ਸਮੂਹ ਹੈ, ਵਰਗ, ਸਮਾਜ ਜਾਂ ਪ੍ਰਾਂਤ ਦੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਸ ਦੇ ਵਾਸੀਆਂ ਦੀ ਮਾਤ ਭਾਸ਼ਾ ਕਿਹਾ ਜਾਂਦਾ ਹੈ। ਤਾਂ ਮਾਤ ਭਾਸ਼ਾ ਜਿਹੜੀ ਹੈ ਉਹਨੂੰ ਮਾਂ ਬੋਲੀ ਵੀ ਕਹਿੰਦੇ ਹੈ ਅਤੇ ਮਨੁੱਖ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਮਾਤ ਭਾਸ਼ਾ ਹੀ ਸਿੱਖਦਾ ਹੈ। ਤੀਜੀ ਭਾਸ਼ਾ ਹੈ ਪ੍ਰਦੇਸ਼ਕ ਭਾਸ਼ਾ। ਪ੍ਰਦੇਸ਼ਕ ਭਾਸ਼ਾ ਕਿਹਨੂੰ ਕਹਿੰਦੇ ਹੈ? ਪ੍ਰਦੇਸ਼ਕ ਭਾਸ਼ਾ ਤੋਂ ਭਾਵ ਹੈ ਵਿਦੇਸ਼ੀ ਭਾਸ਼ਾ। ਜਿਹੜੀ ਵਿਦੇਸ਼ਾਂ ਦੀ ਭਾਸ਼ਾ ਹੈ ਉਹ ਪ੍ਰਦੇਸ਼ਕ ਭਾਸ਼ਾ ਹੈ ਜਾਂ ਵਿਦੇਸ਼ੀ ਭਾਸ਼ਾ ਹੈ। ਚੌਥੀ ਭਾਸ਼ਾ ਹੈ ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਜਿਹੜਾ ਹੈ ਇਹ ਮਾਝੀ ਭਾਸ਼ਾ ਹੈ। ਮਾਝੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਲਾਹੌਰ ਦੇ ਇਸ ਵਿਚਕਾਰਲੇ ਹਿੱਸੇ ਦੇ ਵਿੱਚ ਜਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਇਹ ਮਾਝੀ ਉਪਭਾਸ਼ਾ ਹੈ ਅਤੇ ਮਾਝੀ ਉਪਭਾਸ਼ਾ ਨੂੰ ਭਾਰਤੀ ਪੰਜਾਬ ਦੇ ਵਿੱਚ ਟਕਸਾਲੀ ਭਾਸ਼ਾ ਹੋਣ ਦਾ ਮਾਣ ਹਾਸਿਲ ਹੋਇਆ ਹੈ। ਤਾਂ ਟਕਸਾਲੀ ਭਾਸ਼ਾ ਮਾਝੀ ਉਪਭਾਸ਼ਾ ਜਿਹੜੀ ਹੈ ਇਹ ਟਕਸਾਲੀ ਭਾਸ਼ਾ ਹੈ। ਅੱਗੇ ਹੈ ਰਾਸ਼ਟਰੀ ਭਾਸ਼ਾ। ਰਾਸ਼ਟਰ ਭਾਸ਼ਾ ਕਿਹਨੂੰ ਕਹਿੰਦੇ ਹੈ? ਕਿਸੇ ਦੇਸ਼ ਦੀ ਕੇਂਦਰੀ ਭਾਸ਼ਾ ਨੂੰ ਹੀ, ਕਿਸੇ ਦੇਸ਼ ਦੀ ਕੇਂਦਰੀ ਭਾਸ਼ਾ ਨੂੰ ਹੀ ਰਾਸ਼ਟਰ ਭਾਸ਼ਾ ਕਿਹਾ ਜਾਂਦਾ ਹੈ ਅਤੇ ਉਸ ਦੇਸ਼ ਦਾ ਸਾਰਾ ਸਰਕਾਰੀ ਰਾਜਕਾਜ ਜਿਹੜਾ ਹੈ ਇਹ ਇਸੇ ਰਾਸ਼ਟਰੀ ਭਾਸ਼ਾ ਦੇ ਵਿੱਚ ਹੀ ਹੁੰਦਾ ਹੈ। ਤਾਂ ਕਿਸੇ ਦੇਸ਼ ਦੀ ਕੇਂਦਰੀ ਭਾਸ਼ਾ ਜਿਹੜੀ ਹੈ ਉਹ ਰਾਸ਼ਟਰ ਭਾਸ਼ਾ ਹੁੰਦੀ ਹੈ। ਉਸ ਦੇਸ਼ ਦਾ ਸਾਰਾ ਸਰਕਾਰੀ ਰਾਜਕਾਜ ਜਿਹੜਾ ਹੈ ਉਹ ਰਾਸ਼ਟਰ ਭਾਸ਼ਾ ਦੇ ਵਿੱਚ ਹੀ ਹੁੰਦਾ ਹੈ। ਜਿਵੇਂ ਕਿ ਸਾਡੇ ਭਾਰਤ ਦੇ ਵਿੱਚ ਹਿੰਦੀ ਜਿਹੜੀ ਹੈ ਇਹਨੂੰ ਰਾਜ ਭਾਸ਼ਾ ਦਾ ਦਰਜਾ ਹਾਸਲ ਹੋਇਆ ਹੈ। ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ ਹਾਸਲ ਹੋਇਆ ਹੈ। ਹਿੰਦੀ ਭਾਰਤ ਦੀ ਕੇਂਦਰੀ ਭਾਸ਼ਾ ਹੈ ਅਤੇ ਭਾਰਤ ਦਾ
ਜਿਹੜਾ ਰਾਜਕਾਜ ਹੈ ਇਹ ਹਿੰਦੀ ਭਾਸ਼ਾ ਦੇ ਵਿੱਚ ਹੀ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਨੁਸੂਚੀ 8ਵੀਂ ਦੇ ਵਿੱਚ ਅਤੇ ਅਨੁਛੇਦ 343 ਅਨੁਸੂਚੀ 8 ਅਨੁਛੇਦ 343(1) ਇਹਦੇ ਵਿੱਚ ਕੁੱਲ 22 ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹਨਾਂ 22 ਭਾਸ਼ਾਵਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਤੇ ਸਾਡੇ ਭਾਰਤ ਦੀ ਰਾਸ਼ਟਰ ਭਾਸ਼ਾ ਜਿਹੜੀ ਹੈ, ਮੈਂ ਕਹਾਂ ਰਾਜ ਭਾਸ਼ਾ ਜਿਹੜੀ ਹੈ ਉਹ ਹਿੰਦੀ ਹੈ। ਅੱਗੇ ਹੈ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਕਿਹਨੂੰ ਕਹਿੰਦੇ ਹੈ? ਇਹ ਪੂਰੇ ਵਿਸ਼ਵ ਦੇ ਵਿੱਚ ਸੰਚਾਰ ਦਾ ਮਾਧਿਅਮ ਜਿਹੜਾ ਹੁੰਦੀ ਹੈ ਉਹ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ। ਜਿਵੇਂ ਕਿ ਅੰਗਰੇਜ਼ੀ ਜਿਹੜੀ ਹੈ, ਅੰਗਰੇਜ਼ੀ ਦੇ ਵਿੱਚ ਹੀ ਇੱਕ ਦੇਸ਼ ਦੂਜੇ ਦੇਸ਼ ਨਾਲ ਕੋਈ ਵੀ ਗੱਲਬਾਤ ਕਰਦਾ ਹੈ, ਕੋਈ ਸੰਧੀ ਕਰਦਾ ਹੈ, ਗੱਲਬਾਤ ਕਰਦਾ ਹੈ, ਕੋਈ ਸੰਚਾਰ ਕਰਦਾ ਹੈ ਤਾਂ ਇਸੇ ਅੰਤਰਰਾਸ਼ਟਰੀ ਭਾਸ਼ਾ ਦੇ ਵਿੱਚ ਹੀ ਕਰਦਾ ਹੈ, ਜਾਂ ਮੈਂ ਕਹਾਂ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਰਦਾ ਹੈ। ਤਾਂ ਪੂਰੇ ਵਿਸ਼ਵ ਦੇ ਵਿੱਚ ਸੰਚਾਰ ਦਾ ਮਾਧਿਅਮ ਜਿਹੜੀ ਭਾਸ਼ਾ ਹੁੰਦੀ ਹੈ ਉਹ ਅੰਤਰਰਾਸ਼ਟਰੀ ਭਾਸ਼ਾ ਹੁੰਦੀ ਹੈ, ਜਿਵੇਂ ਕਿ ਅੰਗਰੇਜ਼ੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਸਿੱਖਿਆ ਵਿੱਚ ਭਾਸ਼ਾਵਾਂ ਦਾ ਸਥਾਨ। ਸਿੱਖਿਆ ਵਿੱਚ ਭਾਸ਼ਾਵਾਂ ਦਾ ਕੀ ਸਥਾਨ ਹੈ? ਸਿੱਖਿਆ ਵਿੱਚ ਭਾਸ਼ਾਵਾਂ ਦਾ ਮਹੱਤਵਪੂਰਨ ਸਥਾਨ ਹੈ। ਸਿੱਖਿਆ ਦੇ ਕਿਸੇ ਪੱਧਰ ਉੱਤੇ ਕਿਸੇ ਨਾ ਕਿਸੇ ਰੂਪ ਵਿੱਚ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਭਾਰਤ ਇੱਕ ਬਹੁਭਾਸ਼ੀ ਦੇਸ਼ ਹੈ ਕਿਉਂਕਿ ਸੰਵਿਧਾਨ ਦੀ ਅਨੁਸੂਚੀ 8ਵੀਂ ਦੇ ਵਿੱਚ ਅਤੇ ਅਨੁਛੇਦ 343(1) ਦੇ ਵਿੱਚ 22 ਭਾਸ਼ਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਤਾਂ ਭਾਰਤ ਇੱਕ ਕੀ ਹੈ? ਬਹੁਭਾਸ਼ੀ ਦੇਸ਼ ਹੈ। ਇਸ ਲਈ ਭਾਸ਼ਾ ਸਿੱਖਿਆ ਵੀ ਇੱਕ ਸਮੱਸਿਆ ਬਣੀ ਹੋਈ ਹੈ। ਇਸ ਸੰਬੰਧ ਵਿੱਚ ਸੁਤੰਤਰਤਾ ਤੋਂ ਪਿੱਛੋਂ ਅਨੇਕ ਸਮਿਤੀਆਂ, ਕਮਿਸ਼ਨ ਅਤੇ ਪਰਿਸ਼ਦਾਂ ਆਦਿ ਨੇ ਆਪਣੀਆਂ ਸਿਫਾਰਸ਼ਾਂ ਦਿੱਤੀਆਂ। ਤਾਂ ਹੁਣ ਅਸੀਂ ਸ਼ੁਰੂ ਕਰਦੇ ਹਾਂ ਕਿ ਸੁਤੰਤਰਤਾ ਤੋਂ ਬਾਅਦ ਭਾਰਤ ਦੇ ਵਿੱਚ ਭਾਸ਼ਾ ਦੇ ਲਈ, ਸਿੱਖਿਆ ਵਿੱਚ ਭਾਸ਼ਾ ਦੇ ਵਿਕਾਸ ਦੇ ਲਈ ਕਿਹੜੀਆਂ-ਕਿਹੜੀਆਂ ਕਮੇਟੀਆਂ ਬਣੀਆਂ, ਕਿਹੜੀਆਂ-ਕਿਹੜੀਆਂ ਪਰਿਸ਼ਦਾਂ ਬਣੀਆਂ, ਉਹਨਾਂ ਦੇ ਬਾਰੇ ਹੁਣ ਅਸੀਂ ਚਰਚਾ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ। ਪਹਿਲੀ ਕਮੇਟੀ ਤਾਰਾਚੰਦ ਕਮੇਟੀ। ਤਾਰਾਚੰਦ ਕਮੇਟੀ ਜਿਹੜੀ ਹੈ ਇਹ 1948 ਦੇ ਵਿੱਚ ਬਣੀ ਸੀ। ਇਹ ਤਾਰਾਚੰਦ ਕਮੇਟੀ ਦੇ ਗਠਨ ਕਰਨ ਦਾ ਮੂਲ ਉਦੇਸ਼ ਸੀ ਕਿ ਸੈਕੰਡਰੀ ਸਿੱਖਿਆ ਵਿੱਚ ਸੁਧਾਰ ਲਿਆਇਆ ਜਾਏ। ਸੈਕੰਡਰੀ ਸਿੱਖਿਆ ਦੇ ਵਿੱਚ ਸੁਧਾਰ ਲਿਆਉਣ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ। ਤਾਂ ਇਸ ਕਮੇਟੀ ਨੇ ਸੈਕੰਡਰੀ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਆਪਣੀਆਂ ਸਿਫਾਰਸ਼ਾਂ ਦਿੱਤੀਆਂ। ਉਹਨਾਂ ਵਿੱਚੋਂ ਪਹਿਲੀ ਹੈ ਕਿ ਸੀਨੀਅਰ ਬੇਸਿਕ ਪੱਧਰ ਤੱਕ ਮਾਤ ਭਾਸ਼ਾ ਤੋਂ ਇਲਾਵਾ ਰਾਸ਼ਟਰ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣਾ। ਸੀਨੀਅਰ ਬੇਸਿਕ ਪੱਧਰ ਜਿਹੜਾ ਹੈ ਇਹ ਜਮਾਤ 6 ਤੋਂ ਲੈ ਕੇ 8 ਤੱਕ ਹੈ। 6 ਤੋਂ ਲੈ ਕੇ 8ਵੀਂ ਜਮਾਤ ਤੱਕ ਸੀਨੀਅਰ ਬੇਸਿਕ ਪੱਧਰ ਹੁੰਦਾ ਹੈ। ਇਸ ਤੋਂ ਇਲਾਵਾ ਜਮਾਤ 1 ਤੋਂ 5 ਤੱਕ ਬੇਸਿਕ ਪੱਧਰ ਹੁੰਦਾ ਹੈ। ਤਾਂ ਤਾਰਾਚੰਦ ਕਮੇਟੀ ਨੇ ਆਪਣੀ ਪਹਿਲੀ ਸਿਫਾਰਸ਼ ਦਿੱਤੀ ਕਿ ਸੀਨੀਅਰ ਬੇਸਿਕ ਪੱਧਰ ਤੱਕ ਮਾਤ ਭਾਸ਼ਾ ਤੋਂ ਇਲਾਵਾ ਰਾਸ਼ਟਰ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣਾ, ਕਿ ਮਾਤ ਭਾਸ਼ਾ ਦੇ ਨਾਲ ਨਾਲ ਰਾਸ਼ਟਰ ਭਾਸ਼ਾ ਨੂੰ ਵੀ ਲਾਜ਼ਮੀ ਤੌਰ 'ਤੇ ਪੜ੍ਹਾਉਣਾ ਜ਼ਰੂਰੀ ਹੈ। ਦੂਜੀ ਸਿਫਾਰਸ਼ ਦਿੱਤੀ ਕਿ ਸੈਕੰਡਰੀ ਪੱਧਰ ਜਿਹੜਾ ਹੈ ਜਮਾਤ 9ਵੀਂ ਅਤੇ 10ਵੀਂ ਸੈਕੰਡਰੀ ਪੱਧਰ ਤੱਕ ਮਾਤ ਭਾਸ਼ਾ ਤੋਂ ਬਿਨਾਂ ਕੁਝ ਸਮੇਂ ਤੱਕ ਅੰਗਰੇਜ਼ੀ ਨੂੰ ਲਾਜ਼ਮੀ ਕਰਨਾ। ਇਸ ਨੇ ਕਿਹਾ ਕਿ ਸੀਨੀਅਰ ਬੇਸਿਕ ਪੱਧਰ ਤੱਕ ਤਾਂ ਮਾਤ ਭਾਸ਼ਾ ਵੀ ਰੱਖੀ ਜਾਵੇ, ਇਹਦੇ ਨਾਲ ਨਾਲ ਰਾਸ਼ਟਰ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਇਆ ਜਾਵੇ, ਅਤੇ ਸੈਕੰਡਰੀ ਪੱਧਰ ਜਿਹੜਾ ਹੈ ਇਹਦੇ ਉੱਤੇ ਮਾਤ ਭਾਸ਼ਾ ਨੂੰ ਹਟਾ ਕੇ ਕੁਝ ਸਮੇਂ ਤੱਕ ਅੰਗਰੇਜ਼ੀ ਨੂੰ ਲਾਜ਼ਮੀ ਰੱਖਣਾ। ਤੀਜੀ ਸਿਫਾਰਸ਼ ਇਹਨੇ ਦਿੱਤੀ ਅੰਗਰੇਜ਼ੀ ਹਟ ਜਾਣ 'ਤੇ ਰਾਸ਼ਟਰੀ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਰੱਖਣਾ। ਜਦੋਂ ਅੰਗਰੇਜ਼ੀ ਹਟ ਜਾਵੇ ਤਾਂ ਰਾਸ਼ਟਰੀ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਰੱਖਣਾ। ਇਹ 3 ਸਿਫਾਰਸ਼ਾਂ ਤਾਰਾਚੰਦ ਕਮੇਟੀ ਨੇ ਦਿੱਤੀਆਂ ਸੀ। ਇਹਦੇ ਵਿੱਚ ਪਹਿਲੀ ਸੀ ਕਿ ਸੀਨੀਅਰ ਬੇਸਿਕ ਪੱਧਰ ਉੱਤੇ ਮਾਤ ਭਾਸ਼ਾ ਤੋਂ ਇਲਾਵਾ ਰਾਸ਼ਟਰ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣਾ। ਦੂਜੀ ਸੈਕੰਡਰੀ ਪੱਧਰ ਜਿਹੜਾ ਹੈ ਇੱਥੇ ਮਾਤ ਭਾਸ਼ਾ ਨੂੰ ਹਟਾ ਕੇ ਉਹਦੀ ਥਾਂ 'ਤੇ ਅੰਗਰੇਜ਼ੀ ਨੂੰ ਪੜ੍ਹਾਉਣਾ, ਅਤੇ ਅੰਗਰੇਜ਼ੀ ਹਟ ਜਾਣ ਤੋਂ ਬਾਅਦ ਰਾਸ਼ਟਰੀ ਭਾਸ਼ਾ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਉਣਾ। ਇਹ 3 ਸਿਫਾਰਸ਼ਾਂ ਤਾਰਾਚੰਦ ਕਮੇਟੀ ਨੇ ਦਿੱਤੀਆਂ ਸੈਕੰਡਰੀ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ। 1948 ਦੇ ਵਿੱਚ ਤਾਰਾਚੰਦ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਇਹਨੇ 3 ਸਿਫਾਰਸ਼ਾਂ ਦਿੱਤੀਆਂ ਸੀ। ਪਰ
1948 तक ਭਾਰਤ ਦੇ ਵਿੱਚ ਸੰਵਿਧਾਨ ਲਾਗੂ ਨਹੀਂ ਸੀ ਹੋਇਆ, ਇਸ ਲਈ ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਨਹੀਂ ਮੰਨਿਆ ਗਿਆ। ਹੁਣ ਅਸੀਂ ਗੱਲ ਕਰਦੇ ਹਾਂ ਦੂਜੀ ਜਿਹੜੀ ਕਮਿਸ਼ਨ ਜਿਹੜਾ ਹੈ ਉਹ ਹੈ ਸੈਕੰਡਰੀ ਸਿੱਖਿਆ ਕਮਿਸ਼ਨ 1952। ਸੈਕੰਡਰੀ ਸਿੱਖਿਆ ਕਮਿਸ਼ਨ 1952 ਦੇ ਵਿੱਚ ਬਣਿਆ ਸੀ। ਇਸੇ ਕਮਿਸ਼ਨ ਦਾ ਦੂਜਾ ਨਾਮ ਹੈ ਮੁਦਾਲੀਅਰ ਸਿੱਖਿਆ ਕਮਿਸ਼ਨ। ਮੁਦਾਲੀਅਰ ਸਿੱਖਿਆ ਕਮਿਸ਼ਨ ਜਾਂ ਸੈਕੰਡਰੀ ਸਿੱਖਿਆ ਕਮਿਸ਼ਨ 1952 ਦੇ ਵਿੱਚ ਬਣਿਆ ਸੀ। ਤਾਂ ਇਹਨੇ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਉਹਨਾਂ ਦੇ ਵਿੱਚ ਪਹਿਲਾ ਹੈ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਹੋਵੇ, ਕਿ ਸਿੱਖਿਆ ਦਾ ਜਿਹੜਾ ਮਾਧਿਅਮ ਹੈ ਉਹ ਮਾਤ ਭਾਸ਼ਾ ਹੋਵੇ ਜਾਂ ਉਸ ਖੇਤਰ ਦੀ ਕੋਈ ਖੇਤਰੀ ਭਾਸ਼ਾ ਹੈ ਉਸ ਨੂੰ ਰੱਖਿਆ ਜਾਵੇ। ਦੂਜਾ ਇਸ ਨੇ ਸਿਫਾਰਿਸ਼ ਕੀਤੀ ਕਿ ਪੂਰਵ ਸੈਕੰਡਰੀ ਪੱਧਰ ਉੱਤੇ ਘੱਟੋ ਘੱਟ ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ। ਪੂਰਵ ਸੈਕੰਡਰੀ ਪੱਧਰ ਜਿਹੜਾ ਹੈ ਉਸ ਦੇ ਉੱਤੇ ਘੱਟੋ ਘੱਟ ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ। ਮਾਤ ਭਾਸ਼ਾ ਨਾਲ ਸਿੱਖਿਆ ਦਾ ਆਰੰਭ ਕੀਤਾ ਜਾਵੇ। ਜਿਹੜਾ ਸਿੱਖਿਆ ਦਾ ਆਰੰਭ ਹੈ ਉਹ ਮਾਤ ਭਾਸ਼ਾ ਦੇ ਨਾਲ ਕੀਤਾ ਜਾਵੇ ਅਤੇ ਪੂਰਵ ਸੈਕੰਡਰੀ ਪੱਧਰ ਤੋਂ ਅੰਗਰੇਜ਼ੀ ਭਾਸ਼ਾ ਦਾ ਅਧਿਆਪਨ ਆਰੰਭ ਕੀਤਾ ਜਾਵੇ। ਤਾਂ ਇਹਦੀ ਦੂਜੀ ਜਿਹੜੀ ਸਿਫਾਰਿਸ਼ ਸੀ ਉਹ ਸੀ ਕਿ ਪੂਰਵ ਸੈਕੰਡਰੀ ਪੱਧਰ ਉੱਤੇ ਘੱਟੋ ਘੱਟ ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ, ਮਾਤ ਭਾਸ਼ਾ ਨਾਲ ਸਿੱਖਿਆ ਦਾ ਆਰੰਭ ਕੀਤਾ ਜਾਵੇ ਅਤੇ ਪੂਰਵ ਸੈਕੰਡਰੀ ਪੱਧਰ ਤੋਂ ਅੰਗਰੇਜ਼ੀ ਭਾਸ਼ਾ ਦਾ ਅਧਿਆਪਨ ਆਰੰਭ ਕਰ ਦਿੱਤਾ ਜਾਵੇ। ਤਾਂ ਪਹਿਲੀ ਸਿਫਾਰਿਸ਼ ਇਹਦੀ ਸੀ ਕਿ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇ। ਹੁਣ ਤੀਜੀ ਸਿਫਾਰਿਸ਼ ਜਿਹੜੀ ਇਹਨੇ ਕੀਤੀ ਉਹ ਹੈ ਕਿ ਉੱਤਰ ਸੈਕੰਡਰੀ ਪੱਧਰ ਜਮਾਤ 9 ਤੋਂ 11 ਉੱਤਰ ਸੈਕੰਡਰੀ ਪੱਧਰ ਜਿਹੜਾ ਹੈ ਜਮਾਤ 9 ਤੋਂ 11 ਉੱਤੇ 2 ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ, ਜਿਨ੍ਹਾਂ ਵਿੱਚੋਂ ਇੱਕ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਹੋਵੇ। ਤਾਂ ਉੱਤਰ ਸੈਕੰਡਰੀ ਪੱਧਰ ਦੇ ਉੱਤੇ ਇਹਨੇ ਮਾਤ ਭਾਸ਼ਾ ਦੀ ਸਿਫਾਰਿਸ਼ ਕੀਤੀ ਸੀ। ਤਾਂ ਇਹ ਤਿੰਨ ਸਿਫਾਰਸ਼ਾਂ ਜਿਹੜੀਆਂ ਹੈ ਇਹ ਮੁਦਾਲੀਅਰ ਕਮਿਸ਼ਨ ਨੇ ਕੀਤੀਆਂ ਸੀ। ਮੁਦਾਲੀਅਰ ਕਮਿਸ਼ਨ 1952 ਦੇ ਵਿੱਚ ਬਣਿਆ ਸੀ। ਤਾਂ ਇਹਦੀਆਂ ਤਿੰਨ ਸਿਫਾਰਸ਼ਾਂ ਸੀ। ਇਹਦੀਆਂ ਸਿਫਾਰਸ਼ਾਂ ਦੇ ਵਿੱਚ ਪਹਿਲੀ ਹੈ ਕਿ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਹੋਵੇ। ਦੂਜਾ ਹੈ ਕਿ ਪੂਰਵ ਸੈਕੰਡਰੀ ਪੱਧਰ ਉੱਤੇ ਘੱਟੋ ਘੱਟ 2 ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ, ਮਾਤ ਭਾਸ਼ਾ ਨਾਲ ਸਿੱਖਿਆ ਦਾ ਆਰੰਭ ਕੀਤਾ ਜਾਵੇ ਅਤੇ ਪੂਰਵ ਸੈਕੰਡਰੀ ਪੱਧਰ ਤੋਂ ਅੰਗਰੇਜ਼ੀ ਭਾਸ਼ਾ ਦਾ ਅਧਿਆਪਨ ਆਰੰਭ ਕੀਤਾ ਜਾਵੇ। ਅਤੇ ਤੀਜੀ ਸਿਫਾਰਿਸ਼ ਜਿਹੜੀ ਹੈ ਉਹ ਹੈ ਉੱਤਰ ਸੈਕੰਡਰੀ ਪੱਧਰ ਜਮਾਤ 9 ਤੋਂ 11 ਉੱਤੇ 2 ਭਾਸ਼ਾਵਾਂ ਦੀ ਸਿੱਖਿਆ ਦਿੱਤੀ ਜਾਵੇ, ਜਿਨ੍ਹਾਂ ਵਿੱਚੋਂ ਇੱਕ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਹੋਵੇ। ਤੀਜਾ ਕਮਿਸ਼ਨ ਜਿਹੜਾ ਹੈ ਉਹ ਹੈ ਕੋਠਾਰੀ ਕਮਿਸ਼ਨ। ਕੋਠਾਰੀ ਕਮਿਸ਼ਨ ਜਿਹੜਾ ਹੈ 1964 ਦੇ ਵਿੱਚ ਬਣਿਆ ਅਤੇ 1966 ਦੇ ਵਿੱਚ ਇਹਨੇ ਆਪਣੀ ਰਿਪੋਰਟ ਦਿੱਤੀ ਸੀ। ਤਾਂ ਕੋਠਾਰੀ ਕਮਿਸ਼ਨ 1964 ਤੋਂ 66 ਤੱਕ ਕੋਠਾਰੀ ਕਮਿਸ਼ਨ ਨੇ ਸੈਕੰਡਰੀ ਪੱਧਰ ਉੱਤੇ 3 ਭਾਸ਼ਾਵਾਂ ਦੇ ਅਧਿਐਨ ਨੂੰ ਲਾਜ਼ਮੀ ਕਰਨ ਦੀ ਸਿਫਾਰਿਸ਼ ਕੀਤੀ ਸੀ। ਤਾਂ ਇਹ ਪ੍ਰਸ਼ਨ ਹੈ ਕਿ ਕੋਠਾਰੀ ਕਮਿਸ਼ਨ ਨੇ ਕਿੰਨੀਆਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ? ਤਾਂ 3 ਭਾਸ਼ਾਵਾਂ ਨੂੰ। ਤਾਂ ਕੋਠਾਰੀ ਕਮਿਸ਼ਨ ਨੇ ਸੈਕੰਡਰੀ ਪੱਧਰ ਉੱਤੇ 3 ਭਾਸ਼ਾਵਾਂ ਦੇ ਅਧਿਐਨ ਨੂੰ ਲਾਜ਼ਮੀ ਕਰਨ ਦੀ ਸਿਫਾਰਿਸ਼ ਕੀਤੀ। ਇਸ ਵਿੱਚ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਦੀ ਪ੍ਰਮੁੱਖਤਾ ਨੂੰ ਕਾਇਮ ਰੱਖਿਆ। 3 ਭਾਸ਼ਾਵਾਂ ਦੀ ਸਿੱਖਿਆ ਦਾ ਰੂਪ ਇਸ ਪ੍ਰਕਾਰ ਰੱਖਿਆ ਗਿਆ। ਤਾਂ ਕੋਠਾਰੀ ਕਮਿਸ਼ਨ ਜਿਹੜਾ ਹੈ ਇਸ ਕੋਠਾਰੀ ਕਮਿਸ਼ਨ ਨੇ ਸੈਕੰਡਰੀ ਪੱਧਰ ਉੱਤੇ 3 ਭਾਸ਼ਾਵਾਂ ਦੇ ਅਧਿਐਨ ਨੂੰ ਲਾਜ਼ਮੀ ਕਰਨ ਦੀ ਸਿਫਾਰਿਸ਼ ਕੀਤੀ। ਤਾਂ ਸਾਨੂੰ ਯਾਦ ਰੱਖਣਾ ਹੈ ਕਿ ਕੋਠਾਰੀ ਕਮਿਸ਼ਨ ਨੇ ਕਿੰਨੀਆਂ ਭਾਸ਼ਾਵਾਂ ਨੂੰ ਅਧਿਐਨ ਦੇ ਵਿੱਚ ਲਾਜ਼ਮੀ ਕਰਨ ਦੀ ਸਿਫਾਰਿਸ਼ ਕੀਤੀ? ਤਾਂ 3 ਭਾਸ਼ਾ। ਤਾਂ ਅਤੇ ਇਸ ਵਿੱਚ ਅੰਗਰੇਜ਼ੀ ਭਾਸ਼ਾ ਦੀ ਪ੍ਰਮੁੱਖਤਾ ਨੂੰ ਕਾਇਮ ਰੱਖਿਆ। 3 ਭਾਸ਼ਾਵਾਂ ਦੀ ਸਿੱਖਿਆ ਦਾ ਰੂਪ ਇਸ ਪ੍ਰਕਾਰ ਰੱਖਿਆ ਗਿਆ। ਤਾਂ ਉਹਨਾਂ 3 ਭਾਸ਼ਾਵਾਂ ਦੇ ਵਿੱਚ ਅੰਗਰੇਜ਼ੀ ਨੂੰ ਲਾਜ਼ਮੀ ਰੱਖਣ ਦੀ ਜਿਹੜੀ ਸਿਫਾਰਿਸ਼ ਕੀਤੀ ਉਹ ਕੋਠਾਰੀ ਆਯੋਗ ਸੀ, ਕੋਠਾਰੀ ਕਮਿਸ਼ਨ ਸੀ ਅਤੇ ਕੋਠਾਰੀ ਕਮਿਸ਼ਨ 1964 ਵਿੱਚ ਬਣਿਆ ਸੀ। 1964 ਤੋਂ ਲੈ ਕੇ 1966 ਤੱਕ। ਤਾਂ 3 ਭਾਸ਼ਾਵਾਂ ਦੀ ਸਿੱਖਿਆ ਦਾ ਰੂਪ ਇਸ ਪ੍ਰਕਾਰ ਰੱਖਿਆ ਗਿਆ। ਪਹਿਲਾ ਹੈ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਦੀ ਸਿੱਖਿਆ। ਤਾਂ 3 ਭਾਸ਼ਾਵਾਂ ਵਿੱਚੋਂ ਪਹਿਲਾ ਤਾਂ ਹੈ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਦੀ ਸਿੱਖਿਆ। ਦੂਜਾ ਹੈ ਕੇਂਦਰ ਦੀ ਰਾਜ ਭਾਸ਼ਾ ਦੀ ਸਿੱਖਿਆ, ਜਿਹੜੀ ਕੇਂਦਰ ਦੀ ਰਾਜ ਭਾਸ਼ਾ ਹੈ ਉਹਦੀ ਸਿੱਖਿਆ ਵੀ ਦਿੱਤੀ ਜਾਵੇ। ਅਤੇ ਤੀਜਾ ਇੱਕ ਭਾਰਤੀ ਭਾਸ਼ਾ ਜੋ ਸਿੱਖਿਆ ਦੇ ਮਾਧਿਅਮ ਤੋਂ ਵੱਖਰੀ ਹੋਵੇ। ਸਿੱਖਿਆ ਦੇ ਮਾਧਿਅਮ ਦੇ ਵਿੱਚ ਜਿਸ ਭਾਸ਼ਾ ਨੂੰ ਸ਼ਾਮਿਲ ਨਾ ਕੀਤਾ ਗਿਆ ਹੋਵੇ ਉਸ ਤੋਂ ਇਲਾਵਾ ਇੱਕ ਭਾਸ਼ਾ
ਸ਼ਾਮਲ ਕੀਤੀ ਜਾਵੇ ਤਾਂ ਇਹ 3 ਭਾਸ਼ਾਵਾਂ ਸੀ। ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ ਦੀ ਸਿੱਖਿਆ, ਦੂਜਾ ਹੈ ਕੇਂਦਰ ਦੀ ਰਾਜ ਭਾਸ਼ਾ ਦੀ ਸਿੱਖਿਆ ਅਤੇ ਤੀਜਾ ਹੈ ਇੱਕ ਭਾਰਤੀ ਭਾਸ਼ਾ ਜੋ ਸਿੱਖਿਆ ਦੇ ਮਾਧਿਅਮ ਤੋਂ ਵੱਖਰੀ ਹੋਵੇ, ਉਸ ਨੂੰ ਵੀ ਸ਼ਾਮਿਲ ਕੀਤਾ ਜਾਵੇ। ਤਾਂ ਕੋਠਾਰੀ ਕਮਿਸ਼ਨ ਨੇ ਇਹ 3 ਭਾਸ਼ਾਵਾਂ ਦੀ ਸਿਫਾਰਸ਼ਾਂ ਕੀਤੀਆਂ ਸੀ। ਅੱਗੇ ਹੈ ਭਾਰਤ ਦਾ ਭਵਿੱਖ ਉਸ ਦੀ ਸ਼੍ਰੇਣੀਆਂ 'ਚ ਬਣਦਾ ਹੈ। ਭਾਰਤ ਦਾ ਭਵਿੱਖ ਉਸ ਦੀ ਸ਼੍ਰੇਣੀਆਂ 'ਚ ਬਣਦਾ ਹੈ। ਇਹ ਪਰਿਭਾਸ਼ਾ ਜਿਹੜੀ ਹੈ ਇਹ ਕੋਠਾਰੀ ਆਯੋਗ ਦੀ ਹੈ ਅਤੇ ਇਹ ਪਰਿਭਾਸ਼ਾ ਕਈ ਵਾਰ ਪ੍ਰੀਖਿਆ ਦੇ ਵਿੱਚ ਪੁੱਛੀ ਵੀ ਗਈ ਹੈ ਕਿ ਭਾਰਤ ਦਾ ਭਵਿੱਖ ਉਸ ਦੀ ਸ਼੍ਰੇਣੀਆਂ 'ਚ ਬਣਦਾ ਹੈ। ਇਹ ਕਥਨ ਜਿਹੜਾ ਹੈ ਇਹ ਕਿਹਦਾ ਹੈ? ਤਾਂ ਇਹ ਕੋਠਾਰੀ ਆਯੋਗ ਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ 3 ਭਾਸ਼ਾਈ ਸੂਤਰ। 3 ਭਾਸ਼ਾਈ ਸੂਤਰ ਕੀ ਹੈ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਸੈਕੰਡਰੀ ਕਮਿਸ਼ਨ ਦੇ ਸੁਝਾਵਾਂ ਨਾਲ ਭਾਸ਼ਾ ਸਿੱਖਿਆ ਦੀ ਸਮੱਸਿਆ ਦਾ ਹੱਲ ਨਾ ਹੋ ਸਕਿਆ। ਸੈਕੰਡਰੀ ਕਮਿਸ਼ਨ ਦੇ ਸੁਝਾਵਾਂ ਨਾਲ ਭਾਸ਼ਾ ਸਿੱਖਿਆ ਦੀ ਸਮੱਸਿਆ ਦਾ ਹੱਲ ਨਾ ਹੋ ਸਕਿਆ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਅਲੱਗ-ਅਲੱਗ ਸੁਝਾਵ ਦਿੱਤੇ ਜੋ ਭਾਸ਼ਾ ਦੇ ਜੋ ਸਮੱਸਿਆ ਸੀ ਉਹਦਾ ਹੱਲ ਨਾ ਕਰ ਸਕੇ। ਭਾਰਤੀ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਸਥਾਨ ਦਿੱਤਾ ਗਿਆ ਅਤੇ ਅੰਗਰੇਜ਼ੀ ਨੂੰ ਚੱਲਦੇ ਰਹਿਣ ਦੀ ਗੱਲ ਵੀ ਸੰਵਿਧਾਨ ਨੇ ਮੰਨ ਲਈ। ਹੁਣ ਭਾਰਤੀ ਸੰਵਿਧਾਨ ਦੇ ਵਿੱਚ ਹਿੰਦੀ ਜਿਹੜੀ ਹੈ ਇਹਨੂੰ ਰਾਜ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਅਤੇ ਅੰਗਰੇਜ਼ੀ ਨੂੰ ਵੀ ਹਟਾਇਆ ਨਹੀਂ ਗਿਆ, ਉਹਨੂੰ ਵੀ ਨਾਲ ਚੱਲਦੇ ਰਹਿਣ ਦੀ ਗੱਲ ਜਿਹੜੀ ਹੈ ਉਹ ਮੰਨ ਲਈ ਗਈ। ਇਸ ਲਈ ਅੰਗਰੇਜ਼ੀ ਦੀ ਸਿੱਖਿਆ ਦੀ ਪ੍ਰਮੁੱਖਤਾ ਘੱਟ ਨਹੀਂ ਹੋਈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕੇਂਦਰੀ ਸਿੱਖਿਆ ਸਲਾਹਕਾਰ ਮੰਡਲ ਨੇ 1956 ਦੇ ਵਿੱਚ 3 ਭਾਸ਼ਾਈ ਸੂਤਰ ਦੇ ਰੂਪ ਵਿੱਚੋਂ ਭਾਸ਼ਾ ਸਿੱਖਿਆ ਦਾ ਹੱਲ ਪੇਸ਼ ਕੀਤਾ। ਕੇਂਦਰੀ ਸਿੱਖਿਆ ਸਲਾਹਕਾਰ ਮੰਡਲ ਨੇ 1956 ਵਿੱਚ 3 ਭਾਸ਼ਾਈ ਸੂਤਰ ਦੇ ਰੂਪ ਵਿੱਚੋਂ ਭਾਸ਼ਾ ਸਿੱਖਿਆ ਦਾ ਹੱਲ ਪੇਸ਼ ਕੀਤਾ। 1957 ਵਿੱਚ ਇਸ ਸੂਤਰ ਨੂੰ ਭਾਰਤ ਸਰਕਾਰ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਤਾਂ 1956 ਵਿੱਚ ਇਹ 3 ਭਾਸ਼ਾਈ ਸੂਤਰ ਪੇਸ਼ ਕੀਤਾ ਗਿਆ ਅਤੇ 1957 ਦੇ ਵਿੱਚ ਇਸ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ। 1961 ਦੇ ਵਿੱਚ ਮੁੱਖ ਮੰਤਰੀਆਂ ਦੇ ਸੰਮੇਲਨ ਵਿੱਚ 3 ਭਾਸ਼ਾਈ ਸੂਤਰ ਦੀ ਪੁਸ਼ਟੀ ਕਰ ਦਿੱਤੀ ਗਈ। ਇਸ ਸੂਤਰ ਦੇ ਅਨੁਸਾਰ ਹਰੇਕ ਭਾਰਤੀ ਬੱਚੇ ਨੂੰ 3 ਭਾਸ਼ਾਵਾਂ ਦਾ ਅਧਿਐਨ ਕਰਨਾ ਜ਼ਰੂਰੀ ਹੋਵੇਗਾ। ਤਾਂ ਇਹ 3 ਭਾਸ਼ਾ ਜਿਹੜੀਆਂ ਹੈ ਉਹ ਕਿਹੜੀਆਂ ਹੈ ਤਾਂ ਸ਼ੁਰੂ ਕਰਦੇ ਹਾਂ। ਪਹਿਲੀ ਹੈ 3 ਸੂਤਰਾਂ ਦੇ ਵਿੱਚ 3 ਭਾਸ਼ਾਈ ਸੂਤਰ ਦੇ ਵਿੱਚ ਪਹਿਲੀ ਭਾਸ਼ਾ ਹੈ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ, ਦੂਜੀ ਹੈ ਅੰਗਰੇਜ਼ੀ ਭਾਸ਼ਾ, ਦੂਜੀ ਅੰਗਰੇਜ਼ੀ ਭਾਸ਼ਾ ਅਤੇ ਤੀਜੀ ਹੈ ਇਹ ਹਿੰਦੀ ਭਾਸ਼ਾ ਖੇਤਰਾਂ ਦੇ ਵਿੱਚ ਹਿੰਦੀ ਦੀ ਸਿੱਖਿਆ ਅਤੇ ਹਿੰਦੀ ਭਾਸ਼ੀ ਖੇਤਰਾਂ ਦੇ ਬੱਚਿਆਂ ਨੂੰ ਇੱਕ ਹੋਰ ਭਾਰਤੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਵੇ। ਕਹਿਣ ਦਾ ਭਾਵ ਹੈ ਕਿ ਇਹ ਹਿੰਦੀ ਭਾਸ਼ਾ ਖੇਤਰ ਜਿਨ੍ਹਾਂ ਖੇਤਰਾਂ ਦੇ ਵਿੱਚ ਹਿੰਦੀ ਦੀ ਵਰਤੋਂ ਨਹੀਂ ਹੁੰਦੀ, ਹਿੰਦੀ ਨਹੀਂ ਪੜ੍ਹਾਈ ਜਾਂਦੀ, ਉਹਨਾਂ ਦੇ ਵਿੱਚ ਹਿੰਦੀ ਦੀ ਸਿੱਖਿਆ ਦਿੱਤੀ ਜਾਵੇ ਅਤੇ ਅਜਿਹੇ ਖੇਤਰ ਜਿਨ੍ਹਾਂ ਦੇ ਵਿੱਚ ਹਿੰਦੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਂਦੀ ਹੈ ਉਹਨਾਂ ਖੇਤਰਾਂ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ 22 ਭਾਸ਼ਾਵਾਂ ਹੈ ਉਹਨਾਂ ਭਾਸ਼ਾਵਾਂ ਵਿੱਚੋਂ ਇੱਕ ਹੋਰ ਭਾਸ਼ਾ ਦੀ ਸਿੱਖਿਆ ਜਿਹੜੀ ਹੈ ਉਹ ਬੱਚਿਆਂ ਨੂੰ ਦਿੱਤੀ ਜਾਵੇ। ਤਾਂ 3 ਭਾਸ਼ਾਈ ਸੂਤਰ ਦੇ ਵਿੱਚ ਇੱਕ ਮਾਤ ਭਾਸ਼ਾ ਜਾਂ ਖੇਤਰੀ ਭਾਸ਼ਾ, ਦੂਜੀ ਅੰਗਰੇਜ਼ੀ ਭਾਸ਼ਾ, ਤੀਜੀ ਹੈ ਇਹ ਹਿੰਦੀ ਭਾਸ਼ਾ ਖੇਤਰਾਂ ਦੇ ਵਿੱਚ ਹਿੰਦੀ ਦੀ ਸਿੱਖਿਆ ਅਤੇ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਬੱਚਿਆਂ ਨੂੰ ਇੱਕ ਹੋਰ ਭਾਰਤੀ ਭਾਸ਼ਾ ਦੀ ਸਿੱਖਿਆ ਦਿੱਤੀ ਜਾਵੇ। ਅੱਗੇ ਹੈ ਅਧਿਆਪਨ ਦੇ ਰੂਪ ਜਾਂ ਭਾਸ਼ਾ ਸਿੱਖਿਆ ਦੇ ਰੂਪ। ਅਧਿਆਪਨ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਅਨੁਬੰਧਨ ਤੋਂ। ਅਨੁਬੰਧਨ ਨਾਲ ਬੱਚੇ ਨੂੰ ਇੱਕ ਚੀਜ਼ ਨੂੰ ਦੂਜੇ ਚੀਜ਼ ਨਾਲ ਜੋੜ ਕੇ ਉਹਨੂੰ ਸਿਖਾਇਆ ਜਾਂਦਾ ਹੈ, ਉਹਨੂੰ ਅੱਖਰਾਂ ਦਾ ਗਿਆਨ ਦਿੱਤਾ ਜਾਂਦਾ ਹੈ ਅਤੇ ਉਹਦੀਆਂ ਆਦਤਾਂ ਦਾ ਵਿਕਾਸ ਇਹਦੇ ਨਾਲ ਕੀਤਾ ਜਾਂਦਾ ਹੈ। ਤਾਂ ਅਧਿਆਪਨ ਦਾ ਆਰੰਭ ਜਿਹੜਾ ਹੁੰਦਾ ਹੈ ਉਹ ਅਨੁਬੰਧਨ ਤੋਂ ਹੁੰਦਾ ਹੈ। ਅਨੁਬੰਧਨ ਅੱਖਰਾਂ ਤੇ ਵਰਨਾਂ ਦਾ ਗਿਆਨ ਸਭ ਤੋਂ ਪਹਿਲਾਂ ਬੱਚੇ ਨੂੰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਬੱਚੇ ਦੇ ਜਿਹੜੇ ਸਿੱਖਣ ਕੌਸ਼ਲ ਹੈ ਜਿਵੇਂ ਕਿ ਸਿੱਖਣਾ, ਲਿਖਣਾ, ਪੜ੍ਹਨ ਅਤੇ ਬੋਲਣ ਕੌਸ਼ਲ, ਇਹਨਾਂ ਕੌਸ਼ਲਾਂ ਦਾ ਸਾਮੂਹਿਕ ਅਭਿਆਸ ਕਰਵਾਇਆ ਜਾਂਦਾ ਹੈ। ਦੂਜੇ ਰੂਪ ਵਿੱਚ ਸਿੱਖਣ, ਲਿਖਣ, ਪੜ੍ਹਨ ਅਤੇ ਬੋਲਣ ਇਹਨਾਂ ਕੌਸ਼ਲਾਂ ਦਾ ਸਾਮੂਹਿਕ ਅਭਿਆਸ ਬੱਚੇ ਨੂੰ ਕਰਵਾਇਆ ਜਾਂਦਾ ਹੈ। ਜਿਸ ਦੇ ਨਾਲ ਤੀਸਰੀ ਅਵਸਥਾ ਆਉਂਦੀ ਹੈ ਤਾਂ ਇਸ ਵਿੱਚ ਸ਼ਬਦਾਂ ਦੇ ਅਰਥ ਅਤੇ
ਕਵਿਤਾ ਤੇ ਵਾਰਤਕ ਤੇ ਭਾਵ ਦੇ ਅਰਥ ਦਾ ਗਿਆਨ ਬੱਚੇ ਨੂੰ ਦਿੱਤਾ ਜਾਂਦਾ ਹੈ। ਜਦੋਂ ਬੱਚੇ ਵਿੱਚ ਇਹਨਾਂ ਚਾਰਾਂ ਕੌਸ਼ਲਾਂ ਦਾ ਵਿਕਾਸ ਹੋ ਜਾਂਦਾ ਹੈ ਤਾਂ ਬੱਚੇ ਨੂੰ ਸ਼ਬਦਾਂ ਦੇ ਅਰਥ ਦਾ ਗਿਆਨ ਦਿੱਤਾ ਜਾਂਦਾ ਹੈ, ਜਿਸ ਨਾਲ ਬੱਚਾ ਸਮੀਖਿਆ ਵੀ ਕਰ ਸਕਦਾ ਹੈ ਅਤੇ ਆਲੋਚਨਾ ਕਰਨੀ ਵੀ ਸਿੱਖ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਅਧਿਆਪਨ ਦਾ ਜਿਹੜਾ ਸ਼ੁਰੂਆਤ ਹੁੰਦੀ ਹੈ ਉਹ ਅਨੁਬੰਧਨ ਤੋਂ ਹੁੰਦੀ ਹੈ, ਜਿਹਦੇ ਨਾਲ ਬੱਚੇ ਵਿੱਚ ਸ਼ਬਦਾਂ ਦਾ ਗਿਆਨ ਹੁੰਦਾ ਹੈ, ਅੱਖਰਾਂ ਦਾ ਗਿਆਨ ਹੁੰਦਾ ਹੈ ਅਤੇ ਉਹਦੀਆਂ ਆਦਤਾਂ ਦਾ ਵਿਕਾਸ ਹੁੰਦਾ ਹੈ। ਦੂਜੇ ਰੂਪ ਵਿੱਚ ਸਿੱਖਣ, ਲਿਖਣ, ਪੜ੍ਹਨ ਅਤੇ ਬੋਲਣ ਕੌਸ਼ਲਾਂ ਦਾ ਸਾਮੂਹਿਕ ਰੂਪ ਵਿੱਚ ਅਭਿਆਸ ਕਰਵਾਇਆ ਜਾਂਦਾ ਹੈ ਅਤੇ ਜਿਹਦੇ ਨਾਲ ਤੀਜੇ ਕੌਸ਼ਲ ਦੇ ਵਿੱਚ ਸਮੀਖਿਆ ਅਤੇ ਆਲੋਚਨਾ ਕਰਨਾ ਸਿੱਖਦਾ ਹੈ, ਕਿਉਂਕਿ ਜਿਹੜੇ ਸ਼ਬਦ ਅਨੁਬੰਧਨ ਨਾਲ ਸਿੱਖੇ ਸੀ ਉਹਨਾਂ ਸ਼ਬਦਾਂ ਦਾ ਅਰਥ ਹੁਣ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਸਮੀਖਿਆ ਵੀ ਕਰ ਸਕਦਾ ਹੈ ਅਤੇ ਆਲੋਚਨਾ ਵੀ ਕਰ ਸਕਦਾ ਹੈ। ਹੁਣ ਹੈ ਚੌਥਾ ਕੌਸ਼ਲ, ਕਵਿਤਾ ਵਾਰਤਕ ਤੇ ਲੇਖਾਂ ਦੀ ਬੋਧ ਸਹਿਤ ਸਮੀਖਿਆ। ਕਵਿਤਾ ਵਾਰਤਕ ਅਤੇ ਲੇਖਾਂ ਦੀ ਬੋਧ ਸਹਿਤ ਸਮੀਖਿਆ। ਇਸ ਕੌਸ਼ਲ ਦੇ ਨਾਲ ਬੱਚੇ ਵਿੱਚ ਕਵਿਤਾ, ਵਾਰਤਕ, ਕਹਾਣੀ, ਨਾਟਕ ਇਹਨਾਂ ਦਾ ਕਵਿਤਾ, ਵਾਰਤਕ, ਕਹਾਣੀ, ਨਾਟਕ ਆਦਿ ਦਾ ਮੁਲਾਂਕਣ, ਆਲੋਚਨਾ, ਸਮਾਲੋਚਨਾ ਅਤੇ ਸੁਝਾਤਮਕ ਬੋਧ ਵਰਗੀਆਂ ਯੋਗਤਾ ਤੇ ਭਾਵਾਂ ਦਾ ਵਿਕਾਸ ਕੀਤਾ ਜਾਂਦਾ ਹੈ। ਤਾਂ ਚੌਥੇ ਰੂਪ ਦੇ ਵਿੱਚ ਕਵਿਤਾ, ਵਾਰਤਕ ਤੇ ਲੇਖਾਂ ਦੀ ਬੋਧ ਸਹਿਤ ਸਮੀਖਿਆ ਹੁਣ ਬੱਚਾ ਕਰ ਸਕਦਾ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਅੱਖਰਾਂ ਦਾ ਗਿਆਨ ਦਿੱਤਾ ਜਾਂਦਾ ਹੈ, ਫਿਰ ਉਹਨਾਂ ਦੇ ਕੌਸ਼ਲਾਂ ਦਾ ਸਾਮੂਹਿਕ ਅਭਿਆਸ ਕਰਵਾਇਆ ਜਾਂਦਾ ਹੈ। ਪਹਿਲੇ ਰੂਪ ਦੇ ਵਿੱਚ ਬੱਚੇ ਨੂੰ ਅੱਖਰਾਂ ਦਾ ਗਿਆਨ ਦੇ ਕੇ ਉਹਦੇ ਆਦਤਾਂ ਦਾ ਵਿਕਾਸ ਕਰਕੇ ਦੂਜੇ ਕੌਸ਼ਲ ਦੇ ਵਿੱਚ ਉਹਦੇ ਜਿਹੜੇ ਸਿੱਖਣ ਕੌਸ਼ਲ, ਪੜ੍ਹਨ ਕੌਸ਼ਲ, ਲਿਖਣ ਕੌਸ਼ਲ ਉਹਨਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ, ਜਿਸ ਦੇ ਨਾਲ ਤੀਸਰੀ ਅਵਸਥਾ ਦੇ ਵਿੱਚ ਬੱਚਾ ਜਿਹੜਾ ਹੈ ਉਹ ਸ਼ਬਦਾਂ ਦੇ ਅਰਥ ਸਮਝ ਜਾਂਦਾ ਹੈ। ਉਹ ਜਿਹੜਾ ਹੈ ਸਾਮੂਹਿਕ ਰੂਪ ਵਿੱਚ ਉਹਨਾਂ ਨੂੰ ਪੜ੍ਹ ਵੀ ਸਕਦਾ ਹੈ ਅਤੇ ਆਲੋਚਨਾ ਵੀ ਕਰ ਸਕਦਾ ਹੈ। ਚੌਥੇ ਕੌਸ਼ਲ ਦੇ ਵਿੱਚ ਕਵਿਤਾ, ਵਾਰਤਕ ਅਤੇ ਲੇਖਾਂ ਦਾ ਬੋਧ ਸਹਿਤ ਸਮੀਖਿਆ ਕੀਤੀ ਜਾਂਦੀ ਹੈ। ਬੱਚਾ ਕਵਿਤਾ, ਕਹਾਣੀ, ਨਾਟਕ ਆਦਿ ਦਾ ਮੁਲਾਂਕਣ ਅਤੇ ਉਹਨਾਂ ਦੇ ਭਾਵਾਂ ਦੀ ਯੋਗਤਾ ਨੂੰ ਵੀ ਜਿਹੜਾ ਹੈ ਸਮਝ ਸਕਦਾ ਹੈ, ਉਹਨਾਂ ਦਾ ਵਿਕਾਸ ਬੱਚੇ ਵਿੱਚ ਹੋ ਜਾਂਦਾ ਹੈ। ਤਾਂ ਇਹ ਸੀ ਭਾਸ਼ਾ ਸਿੱਖਿਆ ਦੇ ਰੂਪ। ਤਾਂ ਇਹ ਸੀ ਸਾਡਾ ਅੱਜ ਦਾ ਵੀਡੀਓ। ਜੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਐਗਜ਼ਾਮ ਹੈਲਪਰ A to Z ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਧੰਨਵਾਦ।